ਆ ਗਿਆ ਜਗਮੋਹਨ ਸਿੰਘ ਭੱਟੀ ਐਡਵੋਕੇਟ ਤੁਹਾਡੇ ਵਾਸਤੇ ਦਿਲ ਦੀਆਂ ਗੱਲਾਂ ਕਰਨ ਲਈ ਅੱਜ ਤੁਹਾਡੇ ਨਾਲ ਸਾਂਝਾਂ ਪਾਉਣ ਲਈ। ਤੁਹਾਡੇ ਦਿਲ ਦੀਆਂ ਸਾਂਝਾਂ ਜਿਹੜੀਆਂ ਬੜੀਆਂ ਨੇ ਤੇ ਪਾਉਣੀਆਂ ਵੀ ਨੇ ਤੁਹਾਡੇ ਨਾਲ। ਕਈ ਫੋਨ ਆਉਂਦੇ ਨੇ ਮਿੱਤਰਾਂ ਸੱਜਣਾ ਸਕੇ ਸੰਬੰਧੀਆਂ ਦੇ, ਈਵਨ ਛੋਟੇ ਛੋਟੇ ਜਿਹੜੇ ਮੇਰੇ ਸਰੋਤਾਗਣ ਨੇ ਛੋਟੇ ਛੋਟੇ, ਉਹ ਕਹਿੰਦੇ ਨੇ ਅੰਕਲ ਸਾਡੇ ਲਈ ਵੀ ਕੁਝ ਪਾ ਦਿਓ। ਤੁਸੀਂ ਇਹ ਦੇਖੋ, ਉਹਨਾਂ ਦਾ ਇਹ ਕਹਿਣਾ ਮੇਰੇ ਲਈ ਇੱਕ ਕਿੱਡੀ ਹੌਸਲੇ ਵਾਲੀ ਗੱਲ ਹੈ। ਤੁਸੀਂ ਵੀ ਮੈਨੂੰ ਹੌਸਲੇ ਦਿੰਦੇ ਹੋ। ਤੁਹਾਡੀ ਬਦੌਲਤ ਜਿਹੜੀ ਹੈ ਛੋਟੀ ਸਾਧ ਸੰਗਤ ਜਿਹੜੀ ਹੈ ਉਹ ਮੇਰੇ ਨਾਲ ਗੱਲਾਂ ਕਰਨਾ ਚਾਹੁੰਦੀ ਹੈ, ਗੱਲਾਂ ਕਰਦੀ ਵੀ ਹੈ, ਅਤੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ, ਤੁਹਾਡਾ ਵੀ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਅੱਜ ਗੱਲ ਕਰਨੀ ਹੈ ਬਿਜਲੀ ਦੇ ਮੁੱਦਿਆਂ 'ਤੇ। ਤੁਸੀਂ ਦੇਖੋ ਅੱਜ ਪੰਜਾਬ ਦੇ ਵਿੱਚ 10 ਰੁਪਏ ਯੂਨਿਟ ਦੇ ਹਿਸਾਬ ਨਾਲ ਬਿਜਲੀ ਜਿਹੜੀ ਹੈ ਕੰਜ਼ਿਊਮਰ ਨੂੰ ਮਿਲਦੀ ਹੈ। ਪੰਜਾਬ ਸਰਕਾਰ ਦੀ ਕਿੱਡੀ ਵੱਡੀ ਪ੍ਰਾਪਤੀ ਹੈ, ਜਦੋਂ ਕਿ ਗੁਆਂਢੀ ਸੂਬਿਆਂ ਦੇ ਵਿੱਚ 2.5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲਦੀ ਹੈ। ਫਿਰ ਉਹਨਾਂ ਨੂੰ ਜਿਹੜੀ ਬਿਜਲੀ ਦੀ ਸਪਲਾਈ ਹੈ ਬਿਲਕੁਲ ਠੀਕ ਠਾਕ ਢੰਗ ਨਾਲ ਹੁੰਦੀ ਜੇ, ਅਤੇ ਸਾਨੂੰ ਬਿਜਲੀ ਦੀ ਸਪਲਾਈ ਕਦੀ ਫਲਕਚੂਏਟ ਕਰ ਜਾਂਦੀ ਹੈ, ਕਦੀ ਵੱਧ ਆ ਜਾਂਦੀ ਹੈ, ਕਦੀ ਘੱਟ ਆ ਜਾਂਦੀ ਹੈ, ਅਤੇ ਕਦੀ ਬਿਜਲੀ ਤੁਰ ਜਾਂਦੀ ਹੈ। ਜਦੋਂ ਵੱਧ ਆ ਜਾਂਦੀ ਹੈ ਤੁਹਾਡੇ ਫਰਿੱਜ, ਤੁਹਾਡੀਆਂ ਇਲੈਕਟ੍ਰੋਨਿਕ ਚੀਜ਼ਾਂ, ਲੈਪਟਾਪ, ਟੀਵੀ, ਉਹਨਾਂ ਦੇ ਉੱਤੇ ਫਰਕ ਪੈ ਜਾਂਦਾ। ਜੇ ਬਿਜਲੀ ਘੱਟ ਲੋਡ ਹੋ ਜਾਂਦਾ ਹੈ ਤਾਂ ਵੀ ਇਹਦਾ ਫਰਕ ਪੈਂਦਾ ਜਾਂ ਇੰਪੈਕਟ ਪੈਂਦਾ। ਕਈ ਡਿਵਾਈਸਿਸ ਜਿਹੜੀਆਂ ਸੜ ਜਾਂਦੀਆਂ ਨੇ, ਅਤੇ ਜਦੋਂ ਬਿਜਲੀ ਤੁਰ ਹੀ ਜਾਂਦੀ ਹੈ ਅਤੇ ਤੁਹਾਡੇ ਕੰਮ ਦੇ ਉੱਤੇ ਫਰਕ ਪੈ ਜਾਂਦਾ ਜੀ। ਹੁਣ ਤੁਸੀਂ ਇਹ ਕਹੋ ਵੀ ਫਰਕ ਪੈਂਦਾ ਅਤੇ ਸਾਨੂੰ ਇਸ ਤਰ੍ਹਾਂ ਵੀ ਪੈਂਦਾ ਅਤੇ ਐਵੇਂ ਵੀ ਪੈਂਦਾ। ਇਹ ਬਿਲਕੁਲ ਠੀਕ ਹੈ, ਤੁਸੀਂ ਇਹ ਗੱਲ ਬਿਲਕੁਲ ਠੀਕ ਕਹਿ ਰਹੇ ਹੋ, ਲੇਕਿਨ ਉਹਦੇ ਲਈ ਇੰਨੇ ਪੈਸੇ ਲੈਣ ਦੇ ਬਾਵਜੂਦ ਵੀ ਤੁਹਾਨੂੰ ਕੋਈ ਕੰਪਨਸੇਸ਼ਨ ਨਹੀਂ ਮਿਲਦਾ ਬਿਜਲੀ ਮਹਿਕਮਾ ਤੋਂ। ਕੋਈ ਕੰਪਨਸੇਸ਼ਨ ਹੈਗਾ ਤਾਂ ਮੈਨੂੰ ਦੱਸ ਦਿਓ। ਜੇ ਤੁਹਾਡਾ ਬਿਜ਼ਨਸ ਲਾਸ ਹੋਇਆ, ਤੁਹਾਡੀ ਫੈਕਟਰੀ ਬੰਦ ਹੋ ਗਈ ਹੈ, ਤੁਹਾਡੀ ਲੇਬਰ ਦਾ ਲਾਸ ਹੋਇਆ ਕਿਉਂਕਿ ਤਨਖਾਹ ਤਾਂ ਉਹਨਾਂ ਦੀ ਪੈ ਰਹੀ ਹੈ, ਅਤੇ ਫਿਰ ਕੀ ਕਰੋਗੇ ਤੁਸੀਂ? ਫਿਰ ਉੱਲੂਆਂ ਵਾਲੀ ਜ਼ਿੰਦਗੀ ਜੀ ਰਹੇ ਹੋ ਤੁਸੀਂ, ਕਿਉਂਕਿ ਰਾਤ ਨੂੰ ਬਿਜਲੀ ਆਉਣੀ ਹੈ, ਦਿਨੇ ਨਹੀਂ ਆਉਣੀ। ਰਾਤ ਨੂੰ ਕੰਮ ਕਰੋਗੇ, ਦਿਨੇ ਸੌਵੋਗੇ। ਇਹ ਉੱਲੂ ਦੀ ਜ਼ਿੰਦਗੀ ਹੈ। ਮਾफ़ ਕਰਨਾ, ਇਸ ਚੀਜ਼ ਦੇ ਬਾਰੇ ਮੈਂ ਇਹ ਗੱਲ ਤਾਂ ਸਾਫ਼ ਅਤੇ ਸਪਸ਼ਟ ਤੌਰ 'ਤੇ ਕਹਿ ਰਿਹਾ ਕਿ ਜਿਹੜੀ ਡੇਲੀ ਰੂਟੀਨ ਹੈ ਉਹ ਮਨੁੱਖੀ ਨਾ ਹੋ ਕੇ ਅਣਮਨੁੱਖੀ ਹੋ ਗਈ ਹੈ। ਜਿਹੜੀ ਹੌਸਪੀਟਲਸ ਨੂੰ ਬਿਜਲੀ ਜਾ ਰਹੀ ਹੈ, ਜਿਹੜੀ ਵੱਡੇ ਵੱਡੇ ਇੰਡਸਟਰੀਅਲ ਯੂਨਿਟਸ ਨੂੰ ਬਿਜਲੀ ਜਾ ਰਹੀ ਹੈ, ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਹੈ ਘੱਟ ਹੋ ਕੇ, ਬਰਾਬਰੀ ਨਾ ਹੋ ਕੇ, ਜਾਂ ਉਹਨਾਂ ਦੇ ਆਰਡਰ ਕੈਂਸਲ ਹੋ ਕੇ ਪੰਜਾਬ ਦਾ ਰੈਵਨਿਊ ਜਿਹੜਾ ਉਸ ਨੂੰ ਇੱਕ ਬੜਾ ਵੱਡਾ ਧੱਕਾ ਵੱਜ ਰਿਹਾ। ਇਹ ਸਾਜ਼ਿਸ਼ ਹੈ ਜਾਂ ਕੋਈ ਸਾਜ਼ਿਸ਼ ਹੈ ਜਾਂ ਕੀ ਹੈ? ਇਹ ਤੁਸੀਂ ਮੇਰੇ ਦੇਸ਼ ਦੇ ਵਾਸੀਓ, ਮੇਰੇ ਪੰਜਾਬ ਦੇ ਲੋਗੋ, ਮੇਰੇ ਇੰਡਸਟਰੀਅਲ ਵੀਰੋ, ਮੇਰੇ ਜਿੰਨੇ ਵੀ ਐਸਟੈਬਲਿਸ਼ਮੈਂਟਸ ਦੇ ਸੱਜਣ ਮਿੱਤਰ ਹੋ, ਮੈਨੂੰ ਇਸ ਚੀਜ਼ ਦੇ ਉੱਤੇ ਸਹਿਯੋਗ ਦਿਓ। ਔਰ ਮੈਂ ਇਹ ਜਿਹੜਾ ਮੁੱਦਾ ਹੈ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦਾ, ਤੁਹਾਡੇ ਵਾਸਤੇ ਵੀ ਆਪਣੇ ਵਾਸਤੇ ਵੀ। ਮੈਂ ਤਾਂ ਇਕੱਲਾ ਵਾਂ ਨਾ, ਅਤੇ ਤੁਸੀਂ ਕਿੰਨੇ ਸਾਰੇ ਹੋ ਜਿਨ੍ਹਾਂ ਬਾਰੇ ਮੈਂ ਸੋਚ ਰਿਹਾ ਬਈ ਕੰਪਨਸੇਸ਼ਨ ਕੌਣ ਦੇਗਾ ਇਹਦਾ? ਭਾਰਤ ਸਰਕਾਰ ਜਾਂ ਪੰਜਾਬ ਸਰਕਾਰ, ਜਾਂ ਜਿਹੜੀਆਂ ਕੰਪਨੀਆਂ 10 ਰੁਪਏ ਉਗਰਾ ਰਹੀਆਂ ਬਿਜਲੀ ਦਾ ਬਿੱਲ ਉਹ ਦੇਣਗੀਆਂ? ਇਹ ਬਿੱਲ ਇੰਨਾ ਜ਼ਬਰਦਸਤ ਉਗਰਾਇਆ ਜਾ ਰਿਹਾ ਸਾਡੇ ਤੋਂ, ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਨਿਕਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਨਵਾਂ ਨਰੋਇਆ ਪੰਜਾਬ ਸਕੀਮ ਹੈ ਜਿਹੜੀ, ਉਹਦੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਨੀ ਚਾਹਾਂਗਾ, ਇਹ ਜਿਹੜੇ ਅੱਜ ਮੈਂ ਇਸ਼ੂ ਉਠਾਏ ਨੇ ਛੋਟੇ ਛੋਟੇ, ਇਹਨਾਂ ਦੇ ਉੱਤੇ ਪਲੀਜ਼ ਇੱਕ ਵਾਰੀ ਆ ਕੇ ਟੀਵੀ ਦੇ ਉੱਤੇ ਅਤੇ ਇੱਕ ਵਾਰੀ ਵਿਗਿਆਪਨਾਂ ਦੇ ਵਿੱਚ ਆ ਕੇ ਕੁਛ ਚਾਨਣਾ ਪਾ ਜਾਓ ਕਿ ਤੁਸੀਂ ਸਾਡੇ ਨਾਲ ਜ਼ਿਆਦਤੀਆਂ ਹੋਣ ਦੇਣੀਆਂ ਜਾਂ ਨਹੀਂ ਹੋਣ ਦੇਣੀਆਂ, ਜਾਂ ਕੰਪਨਸੇਸ਼ਨ ਕੀ ਹੋਣਗੇ। ਵਰਨਾ ਮੈਂ ਇਸ ਚੀਜ਼ ਨੂੰ ਇੰਸ਼ੋਰ ਬਣਾਵਾਂਗਾ ਕਿ ਜਿਹੜੇ ਵੀ ਬਿਜ਼ਨਸ ਹਾਊਸਿਸ, ਇੰਡਸਟਰੀਅਲ ਯੂਨਿਟਸ, ਹੌਸਪੀਟਲਸ, ਕਿਸੇ ਪੇਸ਼ੈਂਟ ਦਾ ਕਿਸੇ ਵਜ੍ਹਾ ਕਰਕੇ ਕੋਈ ਲਾਸ ਹੋਇਆ ਤਾਂ ਉਸ ਦੇ ਉੱਤੇ ਕੰਪਨਸੇਸ਼ਨ ਦੀ ਜਿਹੜੀ ਪ੍ਰੋਵੀਜ਼ਨ ਹੈ ਕੌਂਸਟੀਟਿਊਸ਼ਨ ਦੇ ਅੰਡਰ, ਉਹ ਤੁਹਾਨੂੰ ਆਉਣੀ ਚਾਹੀਦੀ ਹੈ, ਮਿਲਣੀ ਚਾਹੀਦੀ ਹੈ, ਤਾਂ ਕਿ ਸਰਕਾਰਾਂ ਤੁਹਾਡੇ ਨਾਲ, ਤੁਹਾਡੇ ਕੰਮ ਨਾਲ, ਤੁਹਾਡੇ ਬਿਜ਼ਨਸ ਨਾਲ, ਤੁਹਾਡੇ ਇੰਡਸਟਰੀਅਲ ਯੂਨਿਟਸ ਨਾਲ, ਤੁਹਾਡੀ ਲੇਬਰ ਨਾਲ
ਖਿਲਵਾੜ ਕਰਨ ਦੀ ਕੋਸ਼ਿਸ਼ ਨਾ ਕਰ ਸਕਣ। ਇਹ ਮੇਰੀ ਬੇਨਤੀ ਹੈ। ਇਹ ਮੇਰਾ ਜਿਹੜਾ ਹੈ ਇੱਕ ਪੰਜਾਬ ਦੇ ਵਾਸੀਆਂ ਲਈ ਤੇ ਦੇਸ਼ ਦੀ ਪ੍ਰੋਡਕਸ਼ਨ ਲਈ ਇੱਕ ਸੁਪਨਾ। ਸੁਪਨੇ ਤੇ ਸਰਕਾਰ ਬਹੁਤ ਦੇਖਦੀ ਹੈ ਤੇ ਬਣਾਉਂਦੀ ਵੀ ਬਹੁਤ ਹੈ। ਸੁਪਨੇ ਸਾਕਾਰ ਕਦੋਂ ਹੁੰਦੇ ਨੇ? ਜਦੋਂ ਭਾਵਨਾ ਹੋਵੇ। ਜੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਭਾਵਨਾ ਸੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ, ਤਾਂ ਉਹਨਾਂ ਨੇ ਪੰਜਾਬ ਵਾਟਰ ਟਰਮੀਨੇਸ਼ਨ ਐਕਟ 2004 ਜਿਹੜਾ ਸੀ ਉਹ ਫਟਾਫਟ ਲਿਆਉਂਦਾ ਸੀ। ਕਿ 4.5 ਸਾਲ ਦੇ ਵਿੱਚ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਲਗਾਏ ਗਏ ਨੇ ਪੰਜਾਬ ਦੇ, ਤੇ ਕੁਝ ਥਰਮਲ ਪਲਾਂਟ ਜਿਹੜੇ ਨੇ ਚਲਦੇ ਬੰਦ ਕੀਤੇ ਗਏ ਨੇ। ਕਿਉਂ ਕੀਤੇ ਗਏ ਨੇ? ਬਠਿੰਡੇ ਦਾ ਥਰਮਲ ਪਲਾਂਟ ਜਿਹੜਾ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਸੀਗਾ, ਉਸ ਨੂੰ ਬੰਦ ਕਰਨ ਦਾ ਕੋਝਾ ਯਤਨ, ਔਰ ਜਿਹਦਾ ਸਿਹਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਜਾਂਦਾ, ਇਹ ਕਿਉਂ ਕੀਤਾ ਗਿਆ? ਕਿਉਂਕਿ ਉਸ ਥਰਮਲ ਪਲਾਂਟ ਦੀ ਹੁਣ ਜ਼ਰੂਰਤ ਨਹੀਂ ਰਹੀ। ਜੇ ਉਹਦੀ ਜ਼ਰੂਰਤ ਨਹੀਂ ਰਹੀ ਤੇ ਇਹ ਜਿਹੜੇ ਨਵੇਂ ਲਾਏ ਜੇ ਇਹਨਾਂ ਦੀ ਕੀ ਜ਼ਰੂਰਤ ਸੀ? ਉਸ ਜਗ੍ਹਾ ਦੇ ਉੱਤੇ ਜਿੰਨੀ ਵੀ ਜ਼ਮੀਨ ਹੈ, ਉਸ ਜ਼ਮੀਨ ਦੇ ਉੱਤੇ ਕਮਰਸ਼ੀਅਲ ਐਕਟੀਵਿਟੀ ਕਰਕੇ ਇੱਕ ਕਿਹੜਾ ਤੁਸੀਂ ਐਡਾ ਵੱਡਾ ਜਿਹੜਾ ਤੋਹਫਾ, ਨਾਯਾਬ ਤੋਹਫਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹੋ, ਜਰਾ ਦੱਸ ਤਾਂ ਦਿਓ। ਕਿੰਨੇ ਮੁਲਾਜ਼ਮ ਉੱਥੋਂ ਬੇਰੁਜ਼ਗਾਰ ਹੋ ਰਹੇ ਨੇ ਬਿਜਲੀ ਦੇ, ਉਹ ਵੀ ਦੱਸ ਦਿਓ। ਕਿੰਨੇ ਇੰਜੀਨੀਅਰ ਜਿਹੜੇ ਨੇ, ਜਿਹੜੇ ਲੱਗੇ ਹੋਏ ਇੰਜੀਨੀਅਰ ਨੇ, ਬੇਰੁਜ਼ਗਾਰ ਹੋ ਰਹੇ ਨੇ। ਨਵੇਂ ਤਾਂ ਕੀ ਲਾਣੇ ਨੇ ਤੁਸੀਂ, ਉਹਨਾਂ ਬਾਰੇ ਵੀ ਦੱਸ ਦਿਓ। ਕੈਪਟਨ ਅਮਰਿੰਦਰ ਸਿੰਘ ਜੀ, ਮੇਰੀ ਇਸ ਵੀਡੀਓ ਨੂੰ ਚੈਲੰਜ ਵੀ ਸਮਝਣਾ ਤੇ ਬੇਨਤੀ ਵੀ ਸਮਝਣਾ, ਤੇ ਜ਼ਰੂਰ ਜਿਹੜੇ ਰਹਿੰਦੇ 2-4 ਮਹੀਨੇ ਨੇ ਤੁਹਾਡੇ, ਉਹਦੇ ਵਿੱਚ ਕੋਈ ਐਸਾ ਕਦਮ ਤੇ ਉਪਰਾਲਾ ਕਰ ਦੇਣਾ ਜਿਹਦੇ ਵਿੱਚ ਰੋਪੜ ਥਰਮਲ ਪਲਾਂਟ ਵੀ ਬਚਾਇਆ ਜਾ ਸਕੇ, ਲਹਿਰਾ ਗਾਗਾ ਦਾ ਥਰਮਲ ਪਲਾਂਟ ਵੀ ਬਚਾਇਆ ਜਾ ਸਕੇ, ਤੇ ਬਠਿੰਡੇ ਦਾ ਵੀ ਥਰਮਲ ਪਲਾਂਟ ਬਚਾਇਆ ਜਾ ਸਕੇ। ਜੇ ਇਹ ਥਰਮਲ ਪਲਾਂਟ ਜਿਹੜੇ ਨੇ ਇਹਨਾਂ ਦੀ ਜ਼ਰੂਰਤ ਨਹੀਂ ਸੀ, ਤੇ ਨਵੇਂ ਥਰਮਲ ਪਲਾਂਟ ਕਿਉਂ ਲਾਏ ਨੇ? ਅੱਜ ਪੰਜਾਬ ਤੁਹਾਡੇ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਇਹ ਸਵਾਲ ਪੁੱਛਦਾ। ਜੇ ਅੱਜ ਪ੍ਰਾਈਵੇਟ ਬਿਜਲੀ ਕੰਪਨੀਆਂ ਜਿਹੜੀਆਂ ਆ ਗਈਆਂ, ਹੁਣ ਕੀ ਨਵਾਂ ਸ਼ੋਸ਼ਾ ਛੱਡਿਆ ਜਾ ਰਿਹਾ? ਮੀਟਰ ਲੱਗਣਗੇ ਜਿਨ੍ਹਾਂ ਵਿੱਚ ਚਿੱਪ ਪਏਗੀ, ਜਿਨ੍ਹਾਂ ਵਿੱਚ ਕਾਰਡ ਪਏਗਾ, ਤੁਸੀਂ ਪੈਸੇ ਪਾਓਗੇ ਤੇ ਤੁਹਾਡੀ ਬਿਜਲੀ ਆਉਣੀ, ਨਹੀਂ ਤੇ ਆਉਣੀ ਨਹੀਂ। ਕਿੱਡੀ ਵੱਡੀ ਪ੍ਰੋਗਰੈਸ ਹੋਈ ਹੈ ਨਵੇਂ ਨਰੋਏ ਪੰਜਾਬ ਦੇ ਵਿੱਚ। ਇਹ ਕੈਪਟਨ ਸਰਕਾਰ ਦੀ ਪ੍ਰਾਪਤੀ ਹੈ ਜਾਂ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਜਿਹੜਾ ਕਾਰਨਾਮਾ ਹੋ ਰਿਹਾ? ਕਾਰਨਾਮਾ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਦੋਂ ਕਾਰਨਾਮਾ ਹੁੰਦਾ ਨਾ, ਉਹ ਕਾਰਨਾਮਾ ਵਾਕਈ ਕਾਰਨਾਮਾ ਹੁੰਦਾ, ਉਹ ਕ੍ਰਿਸ਼ਮਾ ਨਹੀਂ ਹੁੰਦਾ। ਕ੍ਰਿਸ਼ਮਾ ਇਹ ਹੈ ਵੀ ਤੁਸੀਂ ਇਹ ਇਨਸ਼ੋਰ ਕਰੋ 2.5 ਰੁਪਏ ਜਿਹੜੀ ਹੈ ਯੂਨਿਟ ਬਿਜਲੀ ਮਿਲੇ, ਔਰ ਜਿਸ ਵੀ ਪਰਿਵਾਰ ਦਾ, ਇੰਡਸਟਰੀਅਲ ਯੂਨਿਟ ਦਾ, ਹਸਪੀਟਲ ਦਾ, ਪੇਸ਼ੈਂਟ ਦਾ ਕਿਸੇ ਤਰ੍ਹਾਂ ਵੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਨੈਕਸ਼ਨ ਜਿਹੜਾ ਬਿਜਲੀ ਦੀ ਯੂਟਿਲਿਟੀ ਨਾਲ ਸੰਬੰਧਿਤ ਸੀ, ਉਹਦੇ ਉੱਤੇ ਤੁਸੀਂ ਕੰਪਨਸੇਸ਼ਨ ਜਿਹੜਾ ਕਿਵੇਂ ਤੇ ਕਿਸ ਹਿਸਾਬ ਨਾਲ ਦੇਣਾ ਹੈ, ਇਹ ਇੱਕ ਐਕਟ ਜਿਹੜਾ ਕਰ ਦਿਓ। ਤੇ ਮੇਰਾ ਖਿਆਲ ਹੈ ਵੀ ਭਾਰਤ ਸਰਕਾਰ ਨੂੰ ਵੀ ਤੁਸੀਂ ਮਜਬੂਰ ਕਰ ਦਿਓਗੇ, ਤੇ ਅਗਲੀ ਟਰਮ ਜਿਹਦੇ ਲਈ ਤੁਸੀਂ ਚੰਗੀ ਤਰ੍ਹਾਂ ਹੱਥ ਪੈਰ ਮਾਰ ਰਹੇ ਹੋ ਆਉਣ ਦੇ ਵਾਪਸੀ, ਇਸ ਦੇ ਬਾਵਜੂਦ ਕਿ ਤੁਸੀਂ ਇਹ ਐਲਾਨ ਕੀਤਾ ਸੀ ਇਹ ਮੇਰੀ ਅਖੀਰਲੀ ਇਲੈਕਸ਼ਨ ਹੈ, ਹੁਣ ਤੁਹਾਨੂੰ ਫੇਰ ਚਾਅ ਚੜ੍ਹ ਗਿਆ ਉਸੇ ਤਰ੍ਹਾਂ ਹੀ ਘੋੜੀ ਚੜ੍ਹਨ ਦਾ। ਇਹ ਘੋੜੀ ਚੜ੍ਹਨ ਦਾ ਚਾਅ ਜਿਹੜਾ ਨਾ ਜ਼ਰੂਰ ਪੂਰਾ ਕਰ ਸਕਦੇ ਹੋ ਤੁਸੀਂ, ਪਰ ਪੰਜਾਬ ਲਈ ਵੀ ਕੁਝ ਅਧੂਰੇ ਕੰਮ ਜਿਹੜੇ ਨੇ ਉਹਨਾਂ ਨੂੰ ਪੂਰੇ ਕਰ ਦਿਓ, ਮਿਹਰਬਾਨੀ ਹੋਏਗੀ ਤੁਹਾਡੀ। ਅੱਜ ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਵੀ ਬਿਜਲੀ ਜਾਂਦੀ ਹੈ ਤੁਹਾਡੇ ਕੰਮ ਦਾ ਨੁਕਸਾਨ ਹੁੰਦਾ। ਕੰਮ ਸਾਰੇ ਹੀ ਨੇ ਤੁਹਾਡੇ। ਲੋਕਾਂ ਦੇ ਫਰਿੱਜਾਂ ਵਿੱਚ ਪਏ ਸਮਾਨ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਨੇ, ਫਰੀਜ਼ਰ ਤੱਕ ਡੀਪ ਫਰੀਜ਼ ਹੋ ਜਾਂਦੇ ਨੇ, ਉਹਦੇ ਵਿੱਚ ਖਾਣ ਪੀਣ ਦੀਆਂ ਵਸਤਾਂ ਖਰਾਬ ਹੋ ਰਹੀਆਂ। ਇਹ ਕਿੰਨਾ ਵੱਡਾ ਨੁਕਸਾਨ ਹੈ। ਖਾਣ ਪੀਣ ਦੀਆਂ ਵਸਤਾਂ ਦਾ, ਖਾਦ ਪਦਾਰਥ ਦਾ ਕਿੰਨਾ ਵੱਡਾ ਨੁਕਸਾਨ ਹੈ। ਇਸ ਦੀ ਭਰਪਾਈ ਕੌਣ ਕਰੇਗਾ? ਇਹ ਡੈਫੀਸ਼ੀਐਂਸੀ ਇਨ ਸਰਵਿਸ ਹੈ, ਔਰ ਡੈਫੀਸ਼ੀਐਂਸੀ ਇਨ ਸਰਵਿਸ ਦੇ ਜਿਹੜੇ ਕੇਸਿਸ ਨੇ ਇਹ ਕੰਜ਼ਿਊਮਰ ਕੋਰਟ ਦੇ ਵਿੱਚ ਲਿਜਾਏ ਜਾ ਸਕਦੇ ਨੇ, ਕਿਉਂਕਿ ਤੁਹਾਨੂੰ ਜਿਹੜੀ ਬਿਜਲੀ ਹੈ ਬਿਨਾਂ ਨੋਟਿਸ ਦੇ ਕੱਟ ਲੱਗ ਜਾਂਦਾ, ਬਿਨਾਂ ਨੋਟਿਸ ਦੇ ਚਲੀ ਜਾਂਦੀ ਹੈ। ਮੌਸਮ ਦੀ ਨਿੱਛ ਵੱਜ ਜਾਏ ਤੇ ਬਿਜਲੀ ਚਲ ਜਾਂਦੀ ਹੈ। ਕੋਈ ਤੁਹਾਨੂੰ ਅਗਾਊਂ ਸੂਚਨਾ ਨਹੀਂ ਹੁੰਦੀ, ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਐਡਵਾਂਸ ਨੋਟਿਸ ਨਹੀਂ ਦਿੱਤਾ ਜਾਂਦਾ ਵੀ ਇਹ ਲਾਈਨਾਂ ਜਿਹੜੀਆਂ ਇਸ ਦਿਨ ਖਰਾਬ ਰਹਿਣ। ਕਦੀ ਕਦੀ ਆ ਜਾਂਦੇ ਨੇ ਨੋਟਿਸ ਵੀ ਇਹ ਲਾਈਨਾਂ ਖਰਾਬ ਰਹਿਣਗੀਆਂ, ਇਹਨਾਂ ਦੀ ਮੇਨਟੇਨੈਂਸ ਚੱਲ ਰਹੀ ਹੈ
तो ये जिहड़ा है इसलिए तुहानूं इस इलाके की बिजली बंद रहेगी। तुसीं देखो बिजली बंद हो जाए सब तो पहला फर्क पैंदा जे पानी की सप्लाई ते पानी की सप्लाई दे विच जे किसी सज्जन मित्र ने स्टोर नहीं किया होया, पानी फिल्टर नहीं किया होया या अपनी समर्था या यूटिलिटी के मुताबिक उसनूं नहीं रखा होया स्टोर करके, तो वह बेचारा तो पानी पीन तो भी गया। गर्मी के दिनों में उसकी हालत होर खराब है, नहान धोन तो भी गया। जे किसी जगह पर उन्हें जाना है, ब्याह शादी किसी होर थां ते जाना है तो उत्थों भी गया। नाराज़गियाँ उन्होंने भी आ जाएगियाँ इस वजह करके, तो वह बेचारा की आखे भी बिजली वालों की मेहरबानी हो गई सी तो पानी नहीं आया, तो इसलिए मैं नहा के तुहाडे कोल तैयार होकर वेले तो नहीं पहुँच सकिया। इत्थे मैं एक गल कहनी चाहांगा, ਜਿਹੜੇ ਅੰਮ੍ਰਿਤ ਵੇਲੇ 4 ਵਜੇ ਜਾਗਦੇ ਸਨ ਉਹ ਜ਼ਿਆਦਾ ਸੁਖੀ ਸਨ, ਕਿਉਂਕਿ ਉਹ ਸਵੇਰੇ ਉੱਠ ਕੇ 3:30 ਪੌਣੇ 4 ਵਜੇ ਕਾਰ ਵਿਹਾਰ ਕਿਰਿਆ ਕਰਕੇ ਆਪਣੀ ਜੋ ਵੀ ਸਰੀਰਕ ਕਿਰਿਆ ਉਹਦੇ ਤੋਂ ਫਾਰਗ ਹੋ ਕੇ ਇਸ਼ਨਾਨ ਕਰਕੇ ਪਾਠ ਕਰਕੇ ਉਹ ਤਿਆਰ ਹੁੰਦੇ ਸਨ 5 ਵਜੇ ਤੱਕ। ਮੈਂ ਆਪਣੇ ਵੱਡੇ ਵਡੇਰਿਆਂ ਨੂੰ ਇਹ ਜਿਹੜੀ ਇਹ ਪ੍ਰਥਾ ਚਲਾਉਂਦਿਆਂ ਦੇਖਿਆ ਔਰ ਮੈਂ ਇਹ ਬੇਨਤੀ, ਮੈਂ ਵੀ ਇਸ ਪ੍ਰਥਾ ਦਾ ਧਾਰਨੀ ਹਾਂ ਔਰ ਮੈਂ ਇਸ ਨੂੰ ਅਡਾਪਟ ਕਰਦਾ ਔਰ ਮੈਂ ਤੁਹਾਨੂੰ ਸਾਰੇ ਪੰਜਾਬ ਵਾਸੀਆਂ ਨੂੰ हथ जोड़ के बेनती करदा, एक वसता रचता रिश्ट पुष्ट पंजाब जिहड़ा वो बना लो, तो ये नहीं राती 2 बजे सुते हुए सवेरे 12 बजे जागना। चीज़ ये है जदों लोग ब्रेकफास्ट करते हैं उदों तक कई ऐसे परिवार ने जिन्हां तो मैं वाकफ हाँ, उन्हां दा लंच हो गया हुंदा, या लंच वो कर रहे होंदे ने या लंच शुरू करने वाले ने। ਇੱਥੇ मैं अज एक ऐसे परिवार दस सकदा ਜਿਹੜੇ रात 11 ਵਜੇ ਉਹ अपनी कढ़ाई ਦੇ ਵਿੱਚ तड़के लाने शुरू करते हैं, 12-1 ਵਜੇ ਜਿਹੜੀ है डिनर करना। तो कई सज्जन ऐसे ने ਜਿਹੜੇ 12-1 ਵਜੇ तक अपनी नींदर अद्धी पूरी कर चुके होंदे ने, क्योंकि उन्हें सवेरे 2-2:30 ਵਜੇ जागना हुंदा है। इस दीयां प्रतੱਖ मिसालां ਜਿਹੜੀਆਂ ने गुरुद्वारे मंदिरां दे विच मिलदियां ने, जिथे सवेरे उठ के धर्मी करमी लोग जोड़े ने उत्थे जाते ने वेले ते, लेकिन जे सवेरे बिजली गई हुई है तो उन्होंने भी ठेडे ठप्पे लग जाते हैं रस्ते जाते हुए, तो वह भी बेचारे किसी जे ठेडे च लग गए या किसी टोई च डिग गए या कोई किसी वजह करके वो अपना कंट्रोल नहीं कर सके, क्योंकि लाइट नहीं हैगी, हनेरे च बेचारे तुरे जा रहे हैं। इत्थे सड़कों का भी ये भी कोई पता नहीं होंदा भी 2 दिन पहले सड़क बनी सी, तीजे दिन आके सड़कों वाले पुट जाते हैं। तो जे रोशनी होएगी, स्ट्रीट लाइट होएगी, तो पता लगेगा, नहीं तो तुसी टोए दे विच तां वटते डिगे पे हो। ये गल्लां जिहड़ियां ये सारे कंपनसेशन ते डेफिशिएंसी इन सर्विस के दायरे विच आंदियां। कानूनी तौर पर मैं ये गल कह रहा, अपने हक्कां नूं पहचानो। तो पंजाब सरकार नूं ये मेरी बेनती भी है, मेरी चेतावनी भी है कि तुसी अनवांटेड लिटिगेशन तो बच सकते हो। ज़्यादा ना कहंदा होया इन्नियां गल्लां करदा अज। ਇਹ ਗੱਲਾਂ ਜਿਹੜੀਆਂ ਮੇਰੀਆਂ ਤੁਹਾਨੂੰ ਚੰਗੀਆਂ ਲੱਗੀਆਂ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ, ਇਸ ਵੀਡੀਓ ਨੂੰ, ਇਸ ਨੂੰ ਆਪਣੇ ਹਰ ਸੱਜਣ ਮਿੱਤਰ ਨਾਲ ਸ਼ੇਅਰ ਕਰਨਾ, ਉਹਦੇ ਵਿਚਾਰ ਵਟਾਂਦਰੇ ਕਰਕੇ ਮੈਨੂੰ ਫੀਡਬੈਕ ਦੇਣਾ। ਸਤਿ ਸ੍ਰੀ ਅਕਾਲ।